ਮਾਈ ਮੋਨੋ ਤੇ ਪੋਸਤੀ ਦਾ ਪਾਤਰ ਸਿਰਜ ਕੇ ਲੱਖਾਂ ਲੋਕਾਂ ਦੇ ਦਿਲ ਤੇ ਰਾਜ ਕਰਨ ਵਾਲੇ ਕੇਦੀਪ ਅੱਜ ਦੁਨੀਆ ਨੂੰ ਅਲਵਿਦਾ ਆਖ ਗਏ। ਇਸ ਕਲੈਣੀ ਖਬਰ ਨੇ ਉਹਨਾਂ ਦੇ ਗੀਤਾਂ ਅਤੇ ਕਾਮੇਡੀ ਅੰਦਾਜ਼ ਨੂੰ ਪਸੰਦ ਕਰਨ ਵਾਲੇ ਪ੍ਰਸ਼ੰਸਕਾਂ ਨੂੰ ਡੂੰਘੇ ਸੋਗ ਵਿੱਚ ਡੋਬ ਦਿੱਤਾ ਹੈ। ਕੇਦੀਪ ਪਿਛਲੇ ਕਾਫੀ ਲੰਮੇ ਸਮੇਂ ਤੋਂ ਬਿਮਾਰੀ ਦੇ ਨਾਲ ਜੂਝ ਰਹੇ ਸਨ। ਕੇਦੀਪ ਦਾ ਜਨਮ 10 ਦਸੰਬਰ 1940 ਨੂੰ ਰੰਗੂਨ, ਬਰਮਾ ਵਿੱਚ ਹੋਇਆ ਸੀ। ਕੇਦੀਪ ਤੇ ਜਗਮੋਹਨ ਕੌਰ ਦੀ ਜੋੜੀ ਨੇ ਬੜਾ ਕਰਾਰਾ ਪੂਦਨਾ, ਬਾਬਾ ਵੇ ਕਲਾ ਮਰੋੜ ਜਿਹੇ ਗੀਤ ਗਾ ਕੇ ਖੂਬ ਮਕਬੂਲੀਅਤ ਹਾਸਲ ਕੀਤੀ। ਇਸ ਜੋੜੀ ਦੀ ਪਹਿਲੀ ਮੁਲਾਕਾਤ ਕਲਕੱਤਾ ਦੇ ਇੱਕ ਪ੍ਰੋਗਰਾਮ ਦੇ ਵਿੱਚ ਹੋਈ ਸੀ, ਜਿਸ ਤੋਂ ਬਾਅਦ ਇਹਨਾਂ ਨੇ ਰਲ ਕੇ ਆਪਣਾ ਘਰ ਬਣਾ ਲਿਆ। ਜਗਮੋਹਨ ਕੌਰ ਦਾ ਮਰਦਾ ਵਾਂਗ ਗਾਉਣ ਦਾ ਜੋਸ਼ੀਲਾ ਅੰਦਾਜ਼ ਅਤੇ ਕੇਦੀਪ ਲੇਖਣੀ ਦਾ ਕੋਈ ਤੋੜ ਨਹੀਂ ਸੀ। ਇਸ ਜੋੜੀ ਨੇ ਆਪਣੇ ਸੰਗੀਤਕ ਸਫ਼ਰ ਦੌਰਾਨ ਬਹੁਤ ਸਾਰੇ ਸੁਪਰ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ। ਉਹਨਾਂ ਦੇ ਹਰ ਪ੍ਰੋਗਰਾਮ ਤੇ ਬੜਾ ਕਰਾਰਾ ਪੂਦਨਾ ਵਾਰ-ਵਾਰ ਸੁਣਿਆ ਜਾਂਦਾ ਸੀ। ਇਸ ਜੋੜੀ ਦੀ ਆਪਣੀ ਕਾਰਡ ਮਾਈ ਮੋਨੋ ਤੇ ਪੋਸਤੀ ਦਾ ਪਾਤਰ ਪੂਰੇ ਜਗਤ ਦੇ ਵਿੱਚ ਪ੍ਰਸਿੱਧ ਹੋਇਆ। ਸਟੇਜਾਂ ਉੱਤੇ ਕਾਮੇਡੀ ਨਾਲ ਰੰਗ ਬੰਨਣ ਵਾਲੀ ਮਾਈ ਮੋਨੋ ਤੇ ਪੋਸਤੀ ਦੀ ਜੋੜੀ ਦੁਨੀਆ ਵਿੱਚ ਮਕਬੂਲ ਹੋਈ। ਇਸ ਜੋੜੀ ਦੀ ਕਾਮੇਡੀ ਡਾਕਟਰਾਂ ਦੀ ਦਵਾਈ ਦਾ ਕੰਮ ਕਰਦੀ ਸੀ। ਕੇਦੀਪ ਤੇ ਜਗਮੋਹਨ ਕੌਰ ਨੇ ਕਈ ਫਿਲਮਾਂ ਵਿੱਚ ਵੀ ਕੰਮ ਕੀਤਾ ਸੀ, ਜਿਨ੍ਹਾਂ ਵਿੱਚ ਮੁਟਿਆਰ, ਦਾਜ, ਦੁਸ਼ਮਣੀ ਦੀ ਅੱਗ, ਦੋ ਜੱਟੀਆਂ, ਸੁਖੀ ਪਰਿਵਾਰ ਦੇ ਨਾਮ ਸ਼ਾਮਲ ਨੇ। ਕੇਦੀਪ ਦਾ ਵਿਦੇਸ਼ਾਂ ਦੇ ਵਿੱਚ ਕਾਫੀ ਆਉਣਾ ਜਾਣਾ ਸੀ। ਉਹ ਗਾਇਕ ਦੇ ਤੌਰ ਤੇ ਸਭ ਤੋਂ ਵੱਧ ਮੁਲਕਾਂ ਵਿੱਚ ਗਿਆ। ਉਹ ਕੁਝ ਸਮਾਂ ਵਿਦੇਸ਼ ਵਿੱਚ ਵੀ ਰਿਹਾ, ਪਰ ਜਗਮੋਹਨ ਕੌਰ ਦੇ ਵਿਛੋੜੇ ਤੋਂ ਬਾਅਦ ਕੇਦੀਪ ਲੁਧਿਆਣਾ ਵਿੱਚ ਹੀ ਰਹੇ। 1947 ਦੇ ਵਿੱਚ ਜਗਮੋਹਨ ਕੌਰ ਦਾ ਦੇਹਾਂਤ ਹੋ ਗਿਆ ਸੀ। ਜਗਮੋਹਨ ਬਾਝੋਂ ਉਸ ਦੀਆਂ ਸਰਗਰਮੀਆਂ ਸੀਮਤ ਹੋ ਕੇ ਰਹਿ ਗਈਆਂ ਸਨ। ਇਹਨਾਂ ਦੇ ਬੱਚੇ ਬੇਟੀ ਗੁਰਪ੍ਰੀਤ ਕੌਰ ਉਰਫ ਬਿੱਲੀ ਕੌਰ ਅਤੇ ਬੇਟਾ ਰਾਜਾ ਕੰਗ ਵੀ ਕਲਾ ਦੇ ਖੇਤਰ ਦੇ ਨਾਲ ਮੋਹ ਰੱਖਣ ਵਾਲੇ ਨੇ। ਅੱਜ ਕੇਦੀਪ ਨੇ ਲੁਧਿਆਣੇ ਦੇ ਦੀਪ ਹਸਪਤਾਲ ਦੇ ਵਿੱਚ ਆਖਰੀ ਸਾਹ ਲਈ। ਇਸ ਮੌਕੇ ਉਹਨਾਂ ਦੇ ਪੁੱਤਰ ਨੇ ਭਰੇ ਸ਼ਬਦਾਂ ਦੇ ਵਿੱਚ ਆਪਣੇ ਪਿਤਾ ਦੇ ਦੇਹਾਂਤ ਦਾ ਦੁੱਖ ਪ੍ਰਗਟ ਕੀਤਾ। ਕੇਦੀਪ ਜੀ ਦੇ ਸੁਪੁੱਤਰ ਰਾਜਾ ਕੰਗ ਜੀ ਇਸ ਵੇਲੇ ਸਾਡੇ ਨਾਲ ਨੇ। ਬਹੁਤ ਵੱਡਾ ਘਾਟਾ ਪਿਆ ਏ ਪਿਤਾ ਜੀ ਤੁਹਾਡੇ ਤੇ, ਲੋਕ ਬਹੁਤ ਚਾਹੁੰਦੇ ਸੀਗੇ ਕੇਦੀਪ ਜੀ ਨੂੰ, ਉਹਨਾਂ ਦੀ ਗਾਇਕੀ ਨੂੰ। ਕਿਸ ਤਰ੍ਹਾਂ ਹੋਇਆ ਸਭ ਕੁਝ? ਇਹ ਐਕਚੁਅਲੀ ਫਾਦਰ ਸਾਹਿਬ ਲਾਸਟ ਈਅਰ ਫਰਵਰੀ ਦੇ ਵਿੱਚ ਬਿਮਾਰ ਹੋਏ ਸੀਗੇ ਜੀ। ਬ੍ਰੇਨ ਦੇ ਵਿੱਚ ਬਬਲ ਜਿਹਾ ਆ ਗਿਆ ਸੀਗਾ, ਉਹਦੇ ਕਰਕੇ ਸਰਜਰੀ ਹੋਈ ਸੀ, ਬ੍ਰੇਨ ਸਰਜਰੀ ਜੀ। ਉਸ ਤੋਂ ਬਾਅਦ ਰਿਕਵਰ ਕਰ ਗਏ ਸੀਗੇ। ਅੱਛਾ ਬੋਲਣ ਲੱਗ ਪਏ ਸੀ, ਥੋੜੀ ਯਾਦਾਸ਼ਤ ਜਿਸ ਤਰ੍ਹਾਂ ਘੱਟ ਹੋ ਗਈ ਸੀਗੀ, ਤੇ ਅਸੀਂ ਕੁਝ ਜਿਹਾ ਜ਼ੋਰ ਪਾ ਕੇ ਗੱਲ ਕਹਿੰਦੇ ਸੀ ਤਾਂ ਸਮਝਦੇ ਸੀ ਸਾਡੀ ਗੱਲ ਨੂੰ। ਤੇ ਉਸ ਤੋਂ ਬਾਅਦ ਕਾਫੀ ਅੱਛਾ ਰਿਕਵਰ ਕਰ ਗਏ ਸੀ, ਖਾਣ ਪੀਣ ਵੀ ਲੱਗ ਪਏ ਸੀਗੇ। ਤੇ ਮੇਰੇ ਸਿਸਟਰ ਵੀ ਬਾਹਰੋਂ ਆਏ ਸੀਗੇ, ਉਹਨਾਂ ਨੇ ਵੀ ਕਾਫੀ ਟੇਕ ਕੇਅਰ ਕੀਤੀ ਜੀ ਫਾਦਰ ਸਾਹਿਬ ਦੀ। ਪਰ ਉਸ ਤੋਂ ਬਾਅਦ ਫਿਰ ਇੱਕਦਮ ਹੁਣ 1.5 ਮਹੀਨੇ ਤੋਂ ਇੱਕਦਮ ਫਿਰ ਬਹੁਤ ਜ਼ਿਆਦਾ ਡਾਊਨ ਹੋ ਗਏ ਸੀਗੇ ਰਿਕਵਰ ਕਰਨ ਤੋਂ ਬਾਅਦ। ਫਿਰ 1.5 ਮਹੀਨਾ ਪਹਿਲਾਂ ਅਸੀਂ DMC ਐਡਮਿਟ ਕਰਵਾਇਆ ਸੀਗਾ ਦੁਬਾਰਾ ਜੀ। ਉੱਥੋਂ ਫਿਰ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਇੱਥੇ ਵੈਂਟੀਲੇਟਰਸ ਦੀ ਕਮੀ ਹੈ, ਉਹਦੇ ਕਰਕੇ ਫਿਰ ਇੱਥੇ ਰੈਫਰ ਕੀਤਾ ਸੀਗਾ ਦੀਪ ਹਸਪੀਟਲ ਦੇ ਵਿੱਚ ਜੀ। ਕਰੀਬਨ 26-27 ਦਿਨ ਹੋ ਗਿਆ, ਜਿੱਥੇ ਜਿਵੇਂ 23-24 ਦਿਨ ਤੋਂ ਵੈਂਟੀਲੇਟਰ 'ਤੇ ਹੀ ਸੀਗੇ। ਅਸੀਂ ਪਰਮਾਤਮਾ ਅੱਗੇ ਹੱਥ ਜੋੜ ਕੇ ਇਹੀ ਉਮੀਦ ਕਰ ਰਹੇ ਸੀ ਵੀ ਸ਼ਾਇਦ ਰਿਕਵਰੀ ਹੋ ਜਾਵੇ ਜੀ। ਪਰ ਜਿਸ ਤਰ੍ਹਾਂ ਕਿ ਅੱਜ 24 ਦਿਨ ਤੋਂ ਵੈਂਟੀਲੇਟਰ 'ਤੇ ਹੀ ਸੀਗੇ। ਤੇ ਡਾਕਟਰ ਸਾਹਿਬ ਸੀਗੇ ਆਖਰੀ ਗੱਲ ਕੋਈ ਤੁਹਾਡੇ ਨਾਲ ਹੋਈ ਹੋਣੀ ਹੈ? ਆਖਰੀ ਗੱਲ ਬਸ ਉਹ ਜਿਸ ਤਰ੍ਹਾਂ ਥੋੜਾ ਭੁੱਲਦੇ ਸੀਗੇ, ਜੇ ਕਹਿੰਦੇ ਸੀ ਕੁਛ ਇੱਥੇ ਹੀ ਰਹੋ, ਮੇਰੇ ਕੋਲੇ ਰਹੋ। ਤੇ ਕਈ ਵਾਰੀ ਮੇਰੇ ਮਦਰ ਜਗਮੋਹਨ ਕੌਰ ਜੀ ਨੂੰ ਯਾਦ ਕਰਦੇ ਸੀਗੇ, ਜਿਸ ਤਰ੍ਹਾਂ ਉਹਨਾਂ ਕਹਿੰਦੇ ਸੀ ਜਗਮੋਹਨ ਕਿੱਥੇ ਹੈ, ਇੱਦਾਂ ਗੱਲਾਂ ਪੁੱਛਦੇ ਸਾਨੂੰ। ਪਰ ਅਸੀਂ ਸਮਝਾਉਂਦੇ ਸੀ ਉਹਨਾਂ ਨੂੰ ਵੀ ਡੈਡ ਇੱਥੇ ਹੀ ਨੇ ਸਾਰੇ, ਤੁਹਾਡੇ ਕੋਲ ਹੀ ਨੇ, ਕਿਸੇ ਚੀਜ਼ ਦਾ ਫਿਕਰ ਨਾ ਕਰੋ, ਅਸੀਂ ਸਾਰੇ ਤੁਹਾਡੇ ਕੋਲ ਹੀ ਹਾਂ। ਠੀਕ ਹੈ। ਹੁਣ ਜਿਹੜੇ ਅੰਤਿਮ ਰਹੁ ਰੀਤਾਂ ਨੇ, ਸੰਸਕਾਰ ਹੈ, ਉਹ ਕਿਸ ਵੇਲੇ ਹੋਏਗਾ? ਕਿਉਂਕਿ ਲੋਕ ਉਹਨਾਂ ਦੇ ਚਾਹੁਣ ਵਾਲੇ ਨੇ, ਉਹਨਾਂ ਨੂੰ ਪਿਆਰ ਕਰਨ ਵਾਲੇ ਨੇ, ਜਾਂ ਇੰਡਸਟਰੀ ਹੈ, ਪੰਜਾਬੀ ਮਿਊਜ਼ਿਕ ਇੰਡਸਟਰੀ ਵੀ ਆ, ਉਹ ਵੀ ਪਹੁੰਚੇਗੀ। ਕਿੰਨੇ ਵਜੇ ਸੰਸਕਾਰ ਹੋਏਗਾ, ਕਿੱਥੇ ਹੋਏਗਾ? ਇਹ ਕੱਲ੍ਹ ਨੂੰ ਹੋਊਗਾ ਸਰ ਸੰਸਕਾਰ, ਮਾਡਲ ਟਾਊਨ ਐਕਸਟੈਂਸ਼ਨ ਸ਼ਮਸ਼ਾਨ ਘਾਟ 'ਚ। ਕੱਲ੍ਹ 2 ਵਜੇ ਦਾ ਟਾਈਮ ਰੱਖਿਆ ਜੀ। ਅੱਜ ਅਸੀਂ ਬੋਡੀ ਮੋਰਜੀ ਦੇ ਵਿੱਚ ਰੱਖ ਦਾਂਗੇ। ਮੋਰਗ ਦੇ ਵਿੱਚ ਰੱਖਣ ਤੋਂ ਬਾਅਦ ਅਸੀਂ ਕੱਲ੍ਹ ਨੂੰ ਸਵੇਰੇ ਸਾਰੀ ਫੈਮਿਲੀ ਨੂੰ, ਸਾਰੇ ਫਰੈਂਡਸ ਨੂੰ, ਸਾਰੇ ਪਿਆਰ ਕਰਨ ਵਾਲਿਆਂ ਨੂੰ ਮਤਲਬ ਸੂਚਿਤ ਕਰਾਂਗੇ। ਤਾਂ ਉਸ ਹਿਸਾਬ ਨਾਲ ਕੱਲ੍ਹ ਨੂੰ 2 ਵਜੇ ਦਾ ਸੰਸਕਾਰ ਦਾ ਟਾਈਮ ਰੱਖਿਆ ਜੀ ਮਾਡਲ ਟਾਊਨ ਐਕਸਟੈਂਸ਼ਨ ਦੇ ਵਿੱਚ। ਠੀਕ ਹੈ। ਸੋ ਕੱਲ੍ਹ ਨੂੰ 2 ਵਜੇ ਮਾਡਲ ਟਾਊਨ ਐਕਸਟੈਂਸ਼ਨ ਦੇ ਵਿੱਚ ਸੰਸਕਾਰ ਹੋਊਗਾ, ਅੰਤਿਮ ਸੰਸਕਾਰ ਜਿਹੜਾ। ਸੋ ਦੱਸ ਦਈਏ ਕਿ ਕੇਦੀਪ ਮਸ਼ਹੂਰ ਗਾਇਕ ਸਨ, ਕਮੇਡੀਅਨ ਸਨ। ਦੁਗਾਣਾ ਜੋੜੀ ਉਹਨਾਂ ਦੀ ਜਗਮੋਹਨ ਕੌਰ, ਹਾਲਾਂਕਿ ਵਿਆਹ ਵੀ ਉਹਨਾਂ ਦਾ ਜਗਮੋਹਨ ਕੌਰ ਹੋਰਾਂ ਦੇ ਨਾਲ ਹੀ ਹੋਇਆ, ਤੇ ਬੱਚੇ ਨੇ ਉਹਨਾਂ ਦੇ। ਅੱਜ ਅਸੀਂ ਗੱਲਬਾਤ ਵੀ ਕੀਤੀ ਹੈ। ਸੰਗੀਤ ਜਗਤ ਨੂੰ ਵੱਡਾ ਘਾਟਾ ਜਿਹੜਾ ਏ ਉਹ ਕੇਦੀਪ ਹੋਰਾਂ ਦੇ ਜਾਣ ਨਾਲ। ਮਾਈ ਮੋਨੋ ਤੇ ਪੋਸਤੀ ਪੰਜਾਬੀ ਸੰਗੀਤ ਦੀ ਰੱਜ ਕੇ ਸੇਵਾ ਕਰਦੇ ਸਨ, ਪਰ ਸਰਕਾਰਾਂ ਨੇ ਉਹਨਾਂ ਮਾੜੇ ਵਕਤਾਂ ਵਿੱਚ ਕੋਈ ਸਾਥ ਨਹੀਂ ਦਿੱਤਾ। ਉਹਨਾਂ ਦੀ ਬੇਟੀ ਗੁਰਪ੍ਰੀਤ ਕੌਰ ਕੈਨੇਡਾ ਤੋਂ ਆ ਕੇ ਉਹਨਾਂ ਨੂੰ ਸਾਂਭਦੀ ਰਹੀ। ਕੁਝ ਸਮਾਂ ਪਹਿਲਾਂ ਕੇਦੀਪ ਦੀ ਬੇਟੀ ਵੱਲੋਂ ਡੇਲੀ ਪੋਸਟ ਦੇ ਨਾਲ ਗੱਲਬਾਤ ਵੀ ਕੀਤੀ ਗਈ ਸੀ। ਅਸੀਂ ਤੁਹਾਨੂੰ ਉਹ ਵੀ ਦਿਖਾ ਦਿੰਦੇ ਹਾਂ।
ਆਪਣੇ ਫੈਨਸ ਨੂੰ ਉਹ ਕਹਿੰਦੇ ਕਿ ਦੀਪ ਜੀ ਹੋਰੀ ਜਲਦੀ ਠੀਕ ਹੋ ਜਾਣ, ਸਾਰੇ ਇਹ ਕਹਿ ਰਹੇ ਨੇ ਤੁਸੀਂ ਜਲਦੀ ਸਿਹਤਯਾਬ ਹੋ ਜਾਓ, ਸਿਹਤਮੰਦ ਹੋ ਜਾਓ, ਠੀਕ ਠਾਕ ਹੋ ਜਾਓ ਤੁਸੀਂ। I'm trying my best to get ready as immediate as possible to get ready. I will do everything and work. Don't worry. ਠੀਕ ਹੈ, ਸਹੀ ਹੋ ਤੁਸੀਂ, ਠੀਕ ਹੋ ਹੁਣ? ਬਿਲਕੁਲ। ਤੁਸੀਂ ਬਹੁਤ ਸਾਰਾ ਗਾਇਆ, ਬਹੁਤ ਗਾਣੇ ਗਾਏ, ਸੱਭਿਆਚਾਰ ਦੀ ਬਹੁਤ ਵੱਡੀ ਸੇਵਾ ਕੀਤੀ ਤੁਸੀਂ। ਥੈਂਕ ਯੂ ਵੈਰੀ ਮਚ। ਤੁਹਾਡੇ ਚਾਹਣ ਵਾਲੇ ਨੂੰ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਕਿ ਤੁਸੀਂ ਸਹੀ ਹੋ, ਕੋਈ ਗੱਲਬਾਤ ਉਹਨਾਂ ਨਾਲ ਕਰਨੀ ਚਾਹੁੰਦੇ ਹੋ? ਉਹ ਤੁਹਾਨੂੰ ਦੇਖ ਰਹੇ ਨੇ। ਉਹਨਾਂ ਨੂੰ ਬਹੁਤ ਅੱਛੀ ਤੋਂ ਅੱਛੀ ਚੀਜ਼ ਕੋਈ ਨਾ ਕੋਈ ਦਿਖਾਉਣੀ ਚਾਹੁੰਦਾ। ਮਾਈ ਮੋਣ ਵਾਲਾ ਕੋਈ ਡਾਇਲੌਗ? ਉਹ ਤਾਂ ਮਾਈ ਟੋਲੇ ਕਹਿਰ ਹੋਏਗਾ। ਡੋਂਟ ਵਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ ਤੇ ਪੰਜਾਬੀ ਗਾਇਕ ਕੇ ਦੀਪ ਜਿਹੜੇ ਬਹੁਤ ਮਕਬੂਲ ਆਪਣੇ ਸਮੇਂ ਦੇ ਵਿੱਚ ਰਹੇ, ਕਈ ਦਹਾਕਿਆਂ ਤੱਕ ਉਹਨਾਂ ਨੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕੀਤਾ ਤੇ ਪਿਛਲੇ ਦਿਨੀ ਉਹਨਾਂ ਦੀ ਸਿਹਤ ਨਾਸਾਜ਼ ਹੋਈ, ਹਸਪਤਾਲ ਭਰਤੀ ਕਰਵਾਇਆ ਗਿਆ, ਹੁਣ ਉਹ ਘਰ ਆ ਗਏ ਨੇ। ਪਰ ਸੋਸ਼ਲ ਮੀਡੀਆ ਤੇ ਉਹਨਾਂ ਦੀ ਮੌਤ ਦੀਆਂ ਅਫਵਾਹਾਂ ਫੈਲੀਆਂ, ਵਿਕੀਪੀਡੀਆ ਤੱਕ ਉਹਨਾਂ ਦੀ ਮੌਤ ਦੀ ਖਬਰ ਦੱਸੀ ਗਈ। ਬਹੁਤ ਸਾਰੇ ਗਾਇਕਾਂ, ਬਹੁਤ ਸਾਰੇ ਚਾਹਣ ਵਾਲਿਆਂ ਨੂੰ ਠੇਸ ਪਹੁੰਚੀ, ਪਰ ਅਜਿਹਾ ਨਹੀਂ ਹੈ ਅਤੇ ਅਸੀਂ ਉਹਨਾਂ ਦੇ ਘਰ ਮੌਜੂਦ ਹਾਂ ਤੇ ਕੇ ਦੀਪ ਹੋਰਾਂ ਦੀ ਬੇਟੀ ਬਿੱਲੀ ਇਸ ਵੇਲੇ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਤਾਂ ਜਿਹੜੇ ਚਾਹਣ ਵਾਲੇ ਨੇ, ਜਿਹੜੇ ਤੁਹਾਡੇ ਬਹੁਤ ਕਲੋਜ਼ ਨੇ, ਨੋਨ ਨੇ, ਬਹੁਤ ਸਾਰੇ ਲੋਕ ਜਾਣਨਾ ਚਾਹੁੰਦੇ ਨੇ ਕਿ ਕੇ ਦੀਪ ਜੀ ਦੀ ਹਾਲਤ ਹੁਣ ਕਿਸ ਤਰ੍ਹਾਂ ਦੀ ਹੈ। ਡੈਡ ਹੁਣ ਥੋੜ੍ਹਾ ਜਿਹਾ ਇਜ਼ ਫੀਲਿੰਗ ਬੈਟਰ, ਰਿਕਵਰਿੰਗ, ਹੋਸ਼ ਆਇਆ, ਅੱਖਾਂ ਖੋਲ੍ਹੀਆਂ ਨੇ, ਥੋੜ੍ਹੀ ਗੱਲਬਾਤ ਕਰਨੀ ਸ਼ੁਰੂ ਕੀਤੀ ਹੈ, ਵਿਚ ਇਜ਼ ਅ ਗੁੱਡ ਨਿਊਜ਼। ਡੈਡੀ ਥੋੜ੍ਹਾ ਯਾਦ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਥੋੜ੍ਹੀ ਜਿਹੀ ਉਹਦੇ 'ਤੇ ਉਹ ਮੈਮਰੀ ਫਲਕਚੁਏਟ ਹੋ ਰਹੀ ਹੈ, ਬਟ ਹੀ ਇਜ਼ ਰਿਕਵਰਿੰਗ। ਤੁਹਾਨੂੰ ਵੀ ਫੋਨ ਕਾਲਸ ਆ ਰਹੀਆਂ ਨੇ ਜਾਂ ਵਟਸਐਪ ਮੈਸੇजेस ਕਿ ਕਿਸ ਤਰ੍ਹਾਂ ਇਹ ਹਾਲਤ, ਜਾਂ ਤੁਹਾਡੇ ਨਾਲ ਕੁਝ ਲੋਕ ਦੁੱਖ ਸਾਂਝਾ ਕਰ ਰਹੇ ਨੇ? ਇਸ ਤਰ੍ਹਾਂ ਦੀ ਅਫਵਾਹ ਫੈਲੀ ਜਦੋਂ ਤੋਂ। ਬਿਲਕੁਲ ਕਰ ਰਹੇ ਨੇ, ਇੱਕਦਮ ਰਿਸਪੌਂਸ ਆਇਆ ਜਿਹੜਾ ਚੰਗਾ ਵੀ ਲੱਗਿਆ ਕਿ ਵੀ ਇਹਨਾਂ ਲੋਕੀ ਪਿਆਰ ਆਪਣਾ ਇਹਨੇ ਲੈਜੈਂਡ ਕਲਾਕਾਰ ਦਾ ਇੰਨਾ ਉਹਨੂੰ ਸਤਿਕਾਰ ਕਰ ਰਹੇ ਨੇ। ਪਰ ਇਹ ਨਿਊਜ਼ ਸੁਣ ਕੇ ਜ਼ਰਾ ਦਿਲ ਦੁਖਿਆ ਕਿ ਵੀ ਹਾਊ ਕੁਡ ਦੇ ਇਵਨ ਡਿਕਲੇਅਰ ਸਮਥਿੰਗ ਵਿਦਆਊਟ ਕਨਫਰਮਿੰਗ ਵਿਦ ਦ ਫੈਮਿਲੀ। ਸੋ ਹਾਂ ਬਿਲਕੁਲ ਕਰ ਰਹੇ ਨੇ, ਪਰਿਵਾਰ ਸਾਰੇ ਬਿਲਕੁਲ ਫਿਕਰ ਪੈ ਗਿਆ ਉਹਨਾਂ, ਸਾਰੇ ਘਰੇ ਆ ਗਏ, ਬੈਲਾਂ ਵੱਜਣੀਆਂ ਸ਼ੁਰੂ ਹੋ ਗਈਆਂ, ਫੋਨ ਆਉਣੇ ਸ਼ੁਰੂ ਹੋ ਗਏ। ਇਟ ਵਾਜ਼ ਕੁਆਇਟ ਡਿਸਟਰਬਿੰਗ, ਬਟ ਸੀਇੰਗ ਦੈਟ ਆਡੀਅੰਸ ਇਜ਼ ਕੰਸਰਨ ਆਫ ਅ ਵੈਲਬੀਂਗ, ਡੈਡੀ ਦੇ ਫਿਕਰ ਕਰ ਰਹੇ ਨੇ, ਇਹ ਸੁਣ ਕੇ ਥੋੜ੍ਹਾ ਚੰਗਾ ਵੀ ਲੱਗਿਆ। ਪਰ ਬਹੁਤ ਹਾਲੇ ਵੀ ਇਸ ਤਰ੍ਹਾਂ ਦੀ ਅਫਵਾਹ, ਕਿਉਂਕਿ ਜਦੋਂ ਅਫਵਾਹ ਕੋਈ ਫੈਲਦੀ ਹੈ ਤਾਂ ਬਹੁਤੇ ਲੋਕ ਕਨਫਰਮ ਨਹੀਂ ਕਰਦੇ, ਰੀਚੈੱਕ ਨਹੀਂ ਕਰਦੇ, ਕ੍ਰੋਸ ਚੈੱਕ ਨਹੀਂ ਕਰਦੇ, ਉਹ ਦੂਰ ਤੱਕ ਚਲੇ ਜਾਂਦੀ ਹੈ। ਤੇ ਜਿਹੜੀ ਅਸਲ ਨਿਊਜ਼ ਹੁੰਦੀ ਹੈ ਕਿ ਹਾਂ ਉਹ ਸਹੀ ਨੇ, ਉਹ ਕਈ ਵਾਰੀ ਨਹੀਂ ਪਹੁੰਚਦੀ ਹੈਗੀ। ਤੇ ਕਿਸ ਨੇ ਫੈਲਾਈ ਹੋ ਸਕਦੀ ਹੈ, ਕਿਉਂ ਫੈਲਾਈ ਹੋ ਸਕਦੀ ਹੈ, ਕੀ ਲੱਗਦਾ ਤੁਹਾਨੂੰ? ਜਿਹੜੇ ਫੈਲਾਉਣ ਵਾਲੇ ਨੇ ਅਨਪੜ੍ਹ ਤਾਂ ਹੈ ਨਹੀਂ, ਉਹ ਜਰਨਲਿਸਟ ਹੀ ਨੇ, ਸਾਰੇ ਸਿਆਣੇ ਨੇ, ਪੜ੍ਹੇ ਲਿਖੇ ਨੇ। ਆਈ ਐਮ ਸਰਪ੍ਰਾਈਜ਼, ਮੈਂ ਨਾਮ ਨਹੀਂ ਉਹਨਾਂ ਦਾ ਲੈਣਾ ਚਾਹੁੰਦੀ, ਬਟ ਇਟਸ ਹਿਮ ਕਿ ਉਹਨਾਂ ਨੇ ਬਸ ਚੱਕ ਕੇ ਜਿਹੜੀ ਨਿਊਜ਼ ਪਾਈ। ਪਰ ਉਹ ਇੱਥੇ ਰੇਸ ਦੀ ਗੇਮ ਖੇਲ ਰਿਹਾ ਕਿ ਮੇਰੀ ਪਹਿਲ ਹੋ ਜਾਵੇ, ਮੈਨੂੰ ਨਿਊਜ਼ ਮਿਲੀ ਹੈ ਵਿਦਆਊਟ ਕਨਫਰਮਿੰਗ ਵਿਦ ਦ ਫੈਮਿਲੀ। ਉਹਨਾਂ ਨੇ ਨਿਊਜ਼ ਪਾਤੀ, ਉਹਨਾਂ ਦਾ ਫੇਸਬੁੱਕ ਚੱਲ ਰਿਹਾ, ਉਹਨਾਂ ਦੀ ਯੂਟਿਊਬ ਚੱਲ ਪਏ, ਚਲੋ ਵੀ ਆਰ ਦ ਵਿਨਰ। ਲਾਈਕਸ ਮਿਲ ਗਏ ਜਾਂ ਡਿਸਲਾਈਕਸ ਜੋ ਵੀ, ਚਲੋ ਕਿਸੇ ਨੇ ਰਿਪ ਲਿਖਤਾ, ਕਿਸੇ ਨੇ ਉਹ ਵੀਡੀਓ ਵਾਇਰਲਸ ਹੋ ਗਈਆਂ, ਅੱਗੇ ਸ਼ੇਅਰ ਹੋ ਗਈਆਂ। ਪਰ ਬਾਅਦ ਵਿੱਚ ਮੈਂ ਦੇਖਿਆ ਕਿ ਕਈ ਪੇਜਿਸ ਨੇ ਕਿਹਾ ਕਿ ਅਸੀਂ ਸੋਧ ਕਰਦੇ ਹਾਂ, ਪਰ ਉਦੋਂ ਤੱਕ ਗੱਲ ਬਹੁਤ ਦੂਰ ਚਲੇ ਜਾਂਦੀ ਹੈ। ਕਾਫੀ ਦੂਰ ਚਲੀ ਜਾ ਚੁੱਕੀ ਸੀ। ਲੋਕੀ ਫੋਨ ਕਰਕੇ ਹੀ ਪੁੱਛਣ ਲੱਗੇ ਸੀ ਵੀ ਭੋਗ ਕਦੋਂ ਹੈ, ਵੀ ਅਸੀਂ ਸੰਸਕਾਰ ਲਈ ਕਦੋਂ ਆਈਏ, ਸੌਰੀ ਅਸੀਂ ਮਿਸ ਕਰ ਗਏ। ਹੁਣ ਉਹਨਾਂ ਗੱਲਾਂ ਨੂੰ ਸਾਰਿਆਂ ਨੂੰ ਜਵਾਬ ਦਿੰਦੇ ਦਿੰਦੇ, ਇਟ ਇਜ਼ ਨਾਟ ਓਨਲੀ ਇਨ ਇੰਡੀਆ, ਓਵਰਸੀਜ਼ ਤੋਂ ਵੀ ਕਾਲ ਆ ਰਹੀ ਸੀ। ਸਾਰੀ ਰਾਤ ਜਾ ਕੇ ਉਹਨਾਂ ਨੇ ਸਾਰੀ ਇੱਕ ਇੱਕ ਕਾਲ ਦਾ ਜਵਾਬ ਮੈਨੂੰ ਦੇਣਾ ਪੈ ਰਿਹਾ ਸੀਗਾ ਕਿ ਵੀ ਸਾਰਿਆਂ ਨੂੰ ਤਸੱਲੀ ਹੋ ਜਾਵੇ ਕਿ ਨਹੀਂ, ਇਟ ਇਜ਼ ਨਥਿੰਗ ਲਾਈਕ ਦੈਟ। ਪਲੱਸ ਆਈ ਹੈਵ ਅਪਡੇਟਡ ਔਨ ਦ ਫੇਸਬੁੱਕ। ਬਟ ਇਹ ਜੀ ਬੇਬੁਨਿਆਦ ਨਿਊਜ਼ ਪਾਣੀ ਪਹਿਲਾਂ ਕਨਫਰਮ ਕਰ ਲੈਣਾ ਚਾਹੀਦਾ, ਉਹ ਜਿਹੜਾ ਵੀ ਹੋਵੇ ਕੋਈ। ਬਟ ਫੈਮਿਲੀ ਨਾਲ ਤਾਂ ਗੱਲਬਾਤ ਹੋਣੀ ਚਾਹੀਦੀ ਆ, ਜਾਂ ਜੇ ਤੁਹਾਡੇ ਕੋਲ ਕਿਸੇ ਥਰੂ ਆਈ ਆ, ਅਕਸਰ ਮੌਤ ਦੀ ਗੱਲ ਹੈ, ਕੋਈ ਛੋਟੀ ਮੋਟੀ ਗੱਲ ਤਾਂ ਹੈ ਨਹੀਂ ਕਿ ਕਿਸੇ ਦੀ ਤੁਸੀਂ ਮੌਤ ਬਾਰੇ ਅਪਡੇਟ ਦੇ ਰਹੇ ਹੋ, ਕਿਵੇਂ ਦੇ ਸਕਦੇ ਹੋ ਵਿਦਆਊਟ ਕਨਫਰਮੇਸ਼ਨ? ਬਿਲਕੁਲ ਉਹੀ ਮੈਂ ਕਹਿ ਰਹੀ ਹਾਂ ਕਿ ਅਸੀਂ ਆਲਰੇਡੀ ਇਸ ਮੌਤ ਅਤੇ ਜ਼ਿੰਦਗੀ ਦੇ ਖੇਲ ਵਿੱਚ ਆਲਰੇਡੀ 3 ਮਹੀਨਿਆਂ ਤੋਂ ਅਸੀਂ ਖੇਲ ਰਹੇ ਹਾਂ, ਅਤੇ ਉਹ ਅਚਾਨਕ ਇਹਨਾਂ ਨੇ ਉਸ ਚੀਜ਼ ਦਾ ਐਡਵਾਂਟੇਜ ਚੱਕ ਕੇ ਉਹਨੂੰ ਫਲੇਅਰ ਅਪ ਕਰਤਾ ਜਸਟ ਟੂ ਵਿਨ ਦ ਗੇਮ। ਇਟਸ ਐਬਸੋਲੂਟਲੀ ਰੋਂਗ। ਬਹੁਤ ਡਿਸਟਰਬੈਂਸ ਹੋਈ ਹੈ। ਤੁਸੀਂ ਸ਼ੌਕਡ ਹੋਣੇ ਇਸ ਗੱਲੋਂ? ਮੈਂ ਆਈ ਵਾਜ਼ ਟੋਟਲੀ ਸ਼ੌਕਡ, ਆਈ ਵਾਜ਼ ਸਰਪ੍ਰਾਈਜ਼। ਮੈਂ ਬਾਹਰ ਬੈਠੀ ਜਦੋਂ ਮੈਨੂੰ ਨਿਊਜ਼ ਆਈ ਹੈ, ਮੈਂ ਇੱਕਦਮ ਘਬਰਾ ਗਈ, ਭੱਜ ਕੇ ਕਮਰੇ 'ਚ ਜਾ ਕੇ ਦੇਖਿਆ ਕਿ ਕੁਛ ਹੋ ਤਾਂ ਨਹੀਂ ਗਿਆ ਵਾਕਈ। ਆਈ ਮੀਨ ਐਮ ਆਈ ਅਵੇਅਰ ਆਲਦੋ ਆਈ ਐਮ ਸਿਟਿੰਗ ਆਊਟਸਾਈਡ। ਬਿਲਕੁਲ ਘਬਰਾਹਟ ਤਾਂ ਬਹੁਤ ਹੋਈ ਸੀ ਵੀ ਕੁਛ ਹੁਣ ਇਸ ਸਮੇਂ ਵਿੱਚ ਹੋ ਵੀ ਨਾ ਜਾਵੇ। ਕਿਸੇ ਨੇ ਨਿਊਜ਼ ਫੈਲਾਈ ਹੈ, ਕਿਉਂ ਫੈਲਾਈ ਬੇਬੁਨਿਆਦ ਨਿਊਜ਼? ਇਟ ਇਜ਼ ਸੈਡ।
ਠੀਕ ਹੈ, ਪਰ ਹੁਣ ਬਹੁਤ ਸਾਰੇ ਲੋਕ ਦੁਆਵਾਂ ਕਰ ਰਹੇ ਨੇ ਤੇ ਮੈਨੂੰ ਲੱਗਦਾ ਦੁਆਵਾਂ ਦਾ ਕਹਿੰਦੇ ਦਵਾਈ ਦੇ ਨਾਲ ਨਾਲ ਦੁਆ ਦਾ ਅਸਰ ਬਹੁਤ ਹੁੰਦਾ। ਓ ਮਾਈ ਗॉड, ਇਹ ਤਾਂ ਪਿਆਰ ਦੇਖ ਕੇ ਮੈਂ ਇਸ ਗੱਲ ਨੂੰ ਬਹੁਤ, ਵੈਸੇ ਆਮ ਵੈਰੀ ਥੈਂਕਫੁਲ। ਸਾਰਿਆਂ ਦਾ ਪਿਆਰ, ਸਤਿਕਾਰ, ਉਹਨਾਂ ਦਾ ਸਨਮਾਨ, ਇਸੀ ਚੀਜ਼ ਨੂੰ ਲੈ ਕੇ ਮੈਂ ਪਿਛਲੇ ਕਾਫੀ ਹਫ਼ਤਿਆਂ ਤੋਂ ਕੰਪਲੇਨ ਕਰ ਰਹੀ ਸੀ ਵੀ ਕਿਸੇ ਵੱਲੋਂ ਕੋਈ ਰਿਸਪੌਂਸ ਨਹੀਂ ਹੈ ਵੀ ਕੀ ਹੈ, ਪਰ ਹੁਣ ਦੇਖ ਕੇ ਇਸ ਗੱਲ ਤੋਂ ਪਤਾ ਚੱਲਦਾ ਕਿ ਨਹੀਂ, ਉਹਨਾਂ ਨੇ ਪ੍ਰੂਵ ਕਰਤਾ ਮੈਨੂੰ ਗਲਤ। ਅਤੇ ਬਹੁਤ ਪਿਆਰ, ਸਨਮਾਨ, ਬਹੁਤ ਸਤਿਕਾਰ ਮਿਲ ਰਿਹਾ। ਗਵਰਨਮੈਂਟ ਵੀ ਲੈਵਲ 'ਤੇ ਬਹੁਤ ਅੱਛੇ ਤਰੀਕੇ ਨਾਲ ਅਪਰੋਚ ਕਰ ਰਹੀ ਹੈ ਐਂਡ ਆਈ ਐਮ ਰੀਅਲੀ ਓਵਰਵੈਲਮਡ। ਜਦੋਂ ਕਿਉਂਕਿ ਕਰੋਨਾ ਵਾਇਰਸ ਕਾਰਨ ਬਹੁਤ ਕੁਝ ਬੰਦ ਸੀਗਾ ਅਤੇ ਤੁਸੀਂ ਵੀ ਕੈਨੇਡਾ ਤੋਂ ਸਾਨੂੰ ਪਤਾ ਲੱਗਿਆ ਕਿ ਜਦੋਂ ਤੁਹਾਨੂੰ ਇਹ ਖਬਰ ਮਿਲੀ ਕਿ ਉਹਨਾਂ ਦੇ ਸੱਟ ਲੱਗੀ ਹੈ ਕਿ ਦੀਪ ਜੀ ਦੇ, ਤੁਹਾਡੇ ਪਿਤਾ ਜੀ ਦੇ, ਤਾਂ ਤੁਸੀਂ ਵਾਪਸ ਆਏ ਅਤੇ ਪਿਛਲੇ ਦਿਨਾਂ ਦੇ ਵਿੱਚ ਹੌਸਪੀਟਲ ਦੇ ਵਿੱਚ ਸੀਗੇ ਅਤੇ ਕਿੰਨੇ ਕੁ ਦਿਨ ਰਹੇ? ਉਹ ਦਿਨ ਕਾਫੀ ਮੁਸ਼ਕਿਲ ਭਰੇ ਰਹੇ ਤੁਹਾਡੇ, ਤੁਸੀਂ ਪਰ ਉਦੋਂ ਤੱਕ ਸ਼ਾਇਦ ਲੋਕਾਂ ਨੂੰ ਪਤਾ ਵੀ ਨਹੀਂ ਸੀਗਾ ਕਿ ਉਹ ਬਿਮਾਰ ਹੋ ਗਏ ਨੇ, ਜਿਨ੍ਹਾਂ ਨੇ ਤੁਹਾਡੇ ਤੱਕ ਪਹੁੰਚ ਕਰਨੀ ਸੀਗੀ ਜਾਂ ਜਿਨ੍ਹਾਂ ਨੇ ਤੁਹਾਡੀ ਹੈਲਪ ਕਰਨੀ ਸੀਗੀ। ਕਾਫੀ ਲੋਕਾਂ ਨੂੰ ਨਹੀਂ ਸੀ ਪਤਾ। ਮੈਂ ਜ਼ਿਆਦਾ ਉਹਨਾਂ ਨੂੰ ਡਰਾਉਣਾ ਵੀ ਨਹੀਂ ਸੀ ਚਾਹੁੰਦੀ। ਕੋਵਿਡ-19 ਕਰਕੇ ਉਹ ਆ ਵੀ ਨਹੀਂ ਸੀ ਸਕਦੇ। ਸੋ ਡਿਊ ਟੂ ਦੈਟ ਰੀਜ਼ਨ ਮੈਂ ਥੋੜ੍ਹਾ ਜਿਹਾ ਸਲਾਈਟਲੀ ਅਪਡੇਟ ਕਰਦੀ ਰਹਿੰਦੀ ਸੀ ਫੇਸਬੁੱਕ ਦੇ ਉੱਤੇ। ਸਟਾਫ ਮੈਂਬਰ ਅਪਡੇਟ ਕਰ ਰਹੇ ਸੀਗੇ ਸਾਰਾ ਕੁਝ ਕਿ ਉਹਨਾਂ ਦੀ ਹੈਲਥ ਕਿੱਦਾਂ, ਕੰਡੀਸ਼ਨ ਕਿੱਦਾਂ, ਜਸਟ ਇਨ ਕੇਸ ਐਨੀਥਿੰਗ ਹੈਪਨਸ ਦ ਮੀਡੀਆ ਔਰ ਪੀਪਲ ਔਰ ਦ ਪਬਲਿਕ ਔਰ ਹਿਜ਼ ਫੈਨ ਡਿਜ਼ਰਵ ਟੂ ਨੋ ਫਸਟ ਆਫਟਰ ਦ ਫੈਮਲੀ। ਸੋ ਮੈਂ ਉਹ ਕਰਦੀ ਰਹਿੰਦੀ ਸੀ। 3 ਮਹੀਨੇ ਹੋ ਗਏ ਸਾਨੂੰ ਇਹਨਾਂ ਚੀਜ਼ਾਂ ਵਿੱਚ ਜੁਗਲਬੰਦੀ ਕਰਦੇ, ਬਟ ਫਾਈਨਲੀ ਹੀ ਇਜ਼ ਆਊਟ ਐਂਡ ਹੀ ਇਜ਼ ਰੈਸਟਿੰਗ ਐਂਡ ਘਰੇ ਆ ਗਏ ਨੇ ਹੌਸਪੀਟਲ ਤੋਂ? ਬਿਲਕੁਲ ਘਰੇ ਆ ਗਏ ਨੇ। ਪਰਸੋਂ ਉਹਨਾਂ ਨੂੰ ਡਿਸਚਾਰਜ ਹੋ ਕੇ ਘਰੇ ਆ ਗਏ। ਸੈਕਿੰਡ ਡੇ ਹੀ ਸੀਗਾ ਹਜੇ ਘਰੇ, ਅਤੇ ਉਹਨਾਂ ਦੇ ਆ ਨਿਊਜ਼ ਆ ਗਈ ਕਿ ਫੇਕ ਨਿਊਜ਼ ਜਿਹੜੀ, ਇਟ ਵਾਜ਼ ਸੋ ਡਿਸਟਰਬਿੰਗ। ਬਟ ਅਸੀਂ ਤੁਹਾਡੇ ਨਾਲ ਰਾਬਤਾ ਕਰ ਰਹੇ ਸੀਗੇ ਤਾਂ ਅਸੀਂ ਇੱਕ ਦਿਨ ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਕਿ ਅਸੀਂ ਆਵਾਂਗੇ ਅਤੇ ਇਨ ਬਿਟਵੀਨ ਇਹ ਨਿਊਜ਼ ਆਉਂਦੀ ਹੈ ਤਾਂ ਮੈਂ ਵੀ ਕਿ ਕੱਲ੍ਹ ਤਾਂ ਗੱਲ ਹੋਈ ਆ, ਹਾਲੇ ਹੁਣ 1 ਘੰਟਾ ਪਹਿਲਾਂ ਤਾਂ ਗੱਲ ਹੋਈ ਆ ਸਾਡੀ ਕਿ ਉਹ ਠੀਕ ਨੇ, ਕਿ ਕਿਸ ਤਰ੍ਹਾਂ ਹੋ ਸਕਦਾ ਹੈ? ਬਿਲਕੁਲ ਇਹੀ ਚੀਜ਼ ਸੋਚ ਕੇ ਸਾਰੇ ਕਹਿੰਦੇ ਹੁਣੇ ਤਾਂ ਗੱਲ ਹੋਈ, ਹੋ ਹੀ ਨਹੀਂ ਸਕਦਾ ਕਿ ਵੀ ਇੱਦਾਂ ਕੁਛ ਹੋਇਆ ਹੋਵੇ। ਉਹੀ ਮੈਨੂੰ ਦੁਬਾਰਾ ਫੋਨ ਕਰਕੇ ਪੁੱਛ ਰਹੇ ਕਿ ਬਿੱਲੀ ਇਜ਼ ਐਵਰੀਥਿੰਗ ਓਕੇ? ਆਈ ਵਾਜ਼ ਲਾਈਕ ਐਬਸੋਲੂਟਲੀ ਫਾਈਨ, ਡੈਡੀ ਇਜ਼ ਰੈਸਟਿੰਗ। ਚਲੋ ਅੱਛਾ, ਵੀ ਇਹ ਪਿਆਰ ਦੇਖ ਕੇ, ਸਤਿਕਾਰ ਦੇਖ ਕੇ ਮੇਰੇ ਮਨ ਨੂੰ ਬਹੁਤ ਖੁਸ਼ੀ ਹੋਈ ਹੈ। ਅੱਛਾ, ਹੌਸਪੀਟਲ 'ਚ ਸੀਗੇ, ਚਲੋ ਠੀਕ ਹੈ ਕਿ ਹੁਣ ਤੁਸੀਂ ਕਹਿ ਰਹੇ ਹੋ ਕਿਉਂਕਿ ਸਟੇਟ ਅਵਾਰਡ ਮਿਲਿਆ, ਜਾਂ ਅਸੀਂ ਕਹਿੰਦੇ ਹਾਂ ਕਿ ਦਰਸ਼ਕਾਂ ਦੇ ਦਿਲਾਂ 'ਤੇ, ਸਰੋਤਿਆਂ ਦੇ ਦਿਲਾਂ 'ਤੇ ਬਹੁਤ ਰਾਜ ਕੀਤਾ। ਉਹਨਾਂ ਦੇ ਬਹੁਤ ਸਾਰੇ ਗੀਤ ਮਕਬੂਲ ਹੋਏ। ਜਗਮੋਹਨ ਕੌਰ ਹੋਰਾਂ ਦੇ ਨਾਲ ਜਾਂ ਕੇ ਦੀਪ ਜੀ, ਉਹਨਾਂ ਦੀ ਜੋੜੀ ਬਹੁਤ ਮਕਬੂਲ ਰਹੀ। ਮਤਲਬ ਬਾਲੀਵੁੱਡ ਤੱਕ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਬਹੁਤ ਕੁਝ ਉਹਨਾਂ ਨੇ ਆਪਣਾ ਜਿਹੜਾ ਲਿਵਿੰਗ ਸਟੈਂਡਰਡ ਜਾਂ ਲੀਜੈਂਡ ਗਾਇਕ ਉਹਨਾਂ ਨੂੰ ਮੰਨਿਆ ਜਾਂਦਾ ਵਰਲਡ ਵਾਈਡ, ਦੁਨੀਆ ਭਰ ਦੇ ਵਿੱਚ ਕੇ ਦੀਪ ਜੀ ਮਸ਼ਹੂਰ ਨੇ, ਹੁਣ ਵੀ ਮਸ਼ਹੂਰ ਨੇ, ਹੁਣ ਵੀ ਉਹਨਾਂ ਦੇ ਗੀਤ ਗਾਏ ਜਾਂਦੇ ਨੇ। ਪਰ ਜਦੋਂ ਹੁਣ ਥੋੜ੍ਹੀ ਯਾਦਦਾਸ਼ਤ ਚਲੇ ਗਈ ਹੈ ਨਾ, ਥੋੜ੍ਹਾ ਜਿਹਾ ਸੈਡ ਹੁੰਦੇ ਹੋ ਇਸ ਗੱਲੋਂ ਕਿ ਹੈ ਨਾ, ਉਹਨਾਂ ਨੂੰ ਜੋ ਉਹਨਾਂ ਦਾ ਸੀਗਾ ਹੁਣ ਤੱਕ ਉਹ ਬਹੁਤ ਦੇਖ ਕੇ, ਹਾਂ ਦੈਟ ਇਜ਼ ਵੈਰੀ ਸੈਡ ਮੋਮੈਂਟ ਕਿ ਹੁਣ ਉਹਨਾਂ ਨੂੰ ਕੁਛ ਵੀ ਯਾਦ ਨਹੀਂ ਹੈ। ਬੜੀ ਮੁਸ਼ਕਿਲ ਨਾਲ ਯਾਦ ਕਰਾਉਂਦੇ ਹਾਂ ਤਾਂ ਉਹ ਬਸ ਬਲੈਂਕਲੀ ਦੇਖਦੇ ਹੈ ਅਤੇ ਉਸ ਚੀਜ਼ ਨਾਲ ਅੱਖਾਂ ਭਰ ਆਉਂਦੀਆਂ ਕਿ ਵੀ ਹੀ ਵਾਜ਼ ਵਨਸ ਅਪੋਨ ਅ ਟਾਈਮ ਇੱਕ ਸ਼ੇਰ ਕਹਿੰਦੇ ਆ ਨਾ, ਡਿੱਗ ਪਿਆ। तो इट इज़ वेरी सैड टू सी दैट डैड इन दैट कंडीशन कि सारा कुछ भुल गए। बट आई एम होपफुल वो थैरेपीज़ शुरू कर देंगे कि उस चीज़ ना डैडी की मैमरी जी लॉस हुई है वो वापस आ जाए। और मैमरी फ्लक्चुएट होंदी रहती है पर कदे कदे याद आ जाता है ਤੇ ਕਦੇ ਭੁੱਲ ਜਾਂਦੇ ਵਿੱਚ ਦੀ। ਡਾਕਟਰਸ ਨਾਲ ਤੁਹਾਡੀ ਗੱਲ ਹੁੰਦੀ ਹੋਣੀ ਹੈ, ਕੀ ਕਹਿੰਦੇ ਨੇ ਇਸ ਬਾਰੇ, ਉਹ ਮੈਮਰੀਜ਼ ਬਾਰੇ ਕਿ ਵਾਪਸ ਆ ਸਕਦੀ ਹੈ, ਕਿਵੇਂ, ਕਿੰਨਾ ਸਮਾਂ ਲੱਗ ਸਕਦਾ? ਉਹ ਕਹਿ ਰਹੇ ਕਿ ਵੀ ਏਜ ਨੂੰ ਨਜ਼ਰ ਵਿੱਚ ਰੱਖਦੇ ਹੋਏ ਇਟ ਵਿਲ ਟੇਕ ਟਾਈਮ ਬਟ ਹੀ ਵਿਲ ਹੀਲ। ਪਰ ਉਹਨਾਂ ਨੂੰ ਰੈਸਟ ਦੀ ਬਹੁਤ ਜ਼ਰੂਰਤ ਹੈ, ਉਹਨਾਂ ਨੂੰ ਅੱਛਾ ਮਾਹੌਲ, ਖਾਣਾ ਪੀਣਾ, ਇਹਨਾਂ ਚੀਜ਼ਾਂ ਦੀ ਬਹੁਤ ਜ਼ਰੂਰਤ ਹੈ। ਉਸ ਤਰੀਕੇ ਨਾਲ ਆਈ ਥਿੰਕ ਫੋਲੋਇੰਗ ਦ ਥੈਰੇਪੀਜ਼ ਹੀ ਵਿਲ ਰਿਕਵਰ। ਸਰਕਾਰ ਦੇ ਪੱਖ ਤੋਂ ਤੁਸੀਂ ਕੀ ਚਾਹੁੰਦੇ ਹੋ ਕਿ ਸਰਕਾਰ ਕੀ ਕੁਝ ਕਰ ਸਕਦੀ ਹੈ ਤੁਹਾਡੀ, ਕਿਸ ਤਰ੍ਹਾਂ ਹੈਲਪ ਕਰ ਸਕਦੀ ਹੈ, ਕਿਵੇਂ ਦੀ ਹੈਲਪ ਚਾਹੁੰਦੇ ਹੋ ਤੁਸੀਂ? ਵੈਸੇ ਰੱਬ ਦਾ ਦਿੱਤਾ ਹੋਇਆ ਸਾਰਾ ਕੁਛ ਹੀ ਹੈ, ਮੈਨੂੰ ਕਹਿਣਾ ਨਹੀਂ ਚਾਹੀਦਾ ਕਿ ਵੀ ਮੈਂ ਕਿਸ ਪਾਸੋਂ ਹੈਲਪ ਮੰਗਾਂ, ਬਟ ਇਹ ਮੈਂ ਸਰਕਾਰ 'ਤੇ ਹੀ ਛੱਡਿਆ ਹੈ, ਸਰਕਾਰ ਕਿਸ ਪੱਖੋਂ ਮੇਰੀ ਹੈਲਪ ਕਰ ਸਕਦੀ ਹੈ ਕਿਉਂਕਿ ਉਹਨਾਂ ਦੇ ਪ੍ਰੋਟੋਕੋਲਸ ਕੀ ਨੇ ਮੈਂ ਜਾਣਦੀ ਨਹੀਂ। ਡੈਡੀ ਨੂੰ ਸਟੇਟ ਅਵਾਰਡ ਮਿਲ ਚੁੱਕਿਆ, ਉਹਦੇ ਬੈਨੀਫਿਟਸ ਕੀ ਨੇ, ਵੈਦਰ ਇਟਸ ਅ ਮੈਡੀਕਲ ਰੀਜ਼ਨ, ਚਾਹੇ ਤੁਸੀਂ ਮੈਡੀਕਲ ਵਿੱਚੋਂ ਜਾਂ ਮੈਡੀਸਨਸ ਜਾਂ ਔਨ ਕੋਈ ਟਰੀਟਮੈਂਟ ਡੈਡੀ ਦੀ ਬਹੁਤ ਜ਼ਰੂਰੀ ਹੈ, ਉਹਨੇ ਕੰਟੀਨਿਊਟੀ ਰਹਿਣੀ ਬਹੁਤ ਜ਼ਰੂਰੀ ਹੈ। ਅਤੇ ਮੈਂ ਇਹ ਗੌਰਮੈਂਟ ਦੇ ਉੱਤੇ ਹੀ ਵੈਸੇ ਛੱਡਿਆ ਕਿ ਵੀ ਜੋ ਵੀ ਉਹਨਾਂ ਦੇ ਪ੍ਰੋਟੋਕੋਲ ਨੇ, ਜਿਹਦੇ ਵਿੱਚ ਵੀ ਜਿਸ ਖੇਤਰ ਵਿੱਚ ਵੀ ਹੈਲਪ ਕਰ ਸਕਦੇ ਨੇ, ਆਈ ਵਿਲ ਬੀ ਹੈਪੀ ਟੂ ਹੈਵ ਦਮ। ਅਤੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ, ਚਾਹੇ ਵਿਧਾਇਕ ਹੋਣ ਕੋਈ ਇਲਾਕੇ ਦੇ
ਜਾਂ ਇਵਨ ਕੋਈ ਮਿਨਿਸਟਰ ਹੋਣ, ਕਿਉਂਕਿ ਸਾਡੇ ਕਲਚਰਲ ਅਫੇਅਰਸ ਦੇ ਮਿਨਿਸਟਰ ਹੁੰਦੇ ਨੇ, ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਇਸ ਫੀਲਡ ਨਾਲ, ਤਾਂ ਉਹਨਾਂ ਦਾ ਚਾਹੇ ਉਹ ਖੁਦ ਆਉਣ ਜਾਂ ਉਹਨਾਂ ਦਾ ਕੋਈ ਨੁਮਾਇੰਦਾ ਆਵੇ ਜਾਂ ਡਿਪਟੀ ਕਮਿਸ਼ਨਰ ਜਾਂ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ, ਕੋਈ ਹੁਣ ਤੱਕ ਪਿਛਲੇ 2-3 ਮਹੀਨਿਆਂ ਦੇ ਵਿੱਚ ਤੁਹਾਡੇ ਤੱਕ ਕੋਈ ਪਹੁੰਚ ਹੋਈ ਹੈ ਇਸ ਤਰ੍ਹਾਂ ਦੀ? ਸੀ ਦੋ ਦੇ ਹੈਵ ਨਾਟ ਨਹੀਂ, ਕੋਈ ਕਿਸੇ ਨੇ ਮੈਨੂੰ ਕੰਟੈਕਟ ਨਹੀਂ ਸੀ ਕੀਤਾ ਜਦ ਤੱਕ ਮੈਂ ਅੱਗੇ ਵੱਧ ਕੇ ਉਹਨਾਂ ਨੂੰ ਆਵਾਜ਼ ਨਹੀਂ ਦਿੱਤੀ। ਮੇ ਬੀ ਡਿਊ ਟੂ ਲੈਕ ਆਫ ਇਨਫੋਰਮੇਸ਼ਨ ਐਂਡ COVID-19, ਇਹ 3 ਚੀਜ਼ਾਂ ਉਹਨਾਂ ਦੇ ਹੱਕ ਵਿੱਚ ਸੀਗੀਆਂ, ਸੋ ਦੇ ਕੁਡਨਟ ਡੂ ਐਨੀਥਿੰਗ। ਬਟ ਨਾਓ ਆਈ ਐਮ ਓਵਰਵੈਲਮਡ ਕਿ ਲੋਕਾਂ ਨੇ ਜਿੱਦਾਂ ਮੈਂ ਮੈਸੇਜ ਪਹੁੰਚਾਉਣਾ ਸ਼ੁਰੂ ਕੀਤਾ, ਸਾਰਿਆਂ ਨੇ ਸਤਿਕਾਰ ਔਰ ਪਿਆਰ ਦਿਖਾਇਆ, ਐਂਡ ਦ ਗਵਰਨਮੈਂਟ ਇਜ਼ ਆਲਸੋ ਅਪਰੋਚਿੰਗ ਮੀ। ਲੈਟਸ ਸੀ ਹੁਣ ਉਹ ਕਿਸ ਲੈਵਲ 'ਤੇ ਮੇਰੀ ਹੈਲਪ ਕਰਦੇ ਆ। ਕਿਉਂਕਿ ਜਦੋਂ ਕੋਈ ਵਿਪਤਾ ਦੇ ਵਿੱਚ ਹੁੰਦਾ ਹੈ ਉਦੋਂ ਥੋੜ੍ਹਾ ਜਿਹਾ ਹੁੰਦਾ ਹੈ ਕਿ ਕਿਸੇ ਪਾਸਿਓਂ ਚਾਹੇ ਧਰਵਾਸ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ, ਜਾਂ ਹੌਸਲਾ ਕਹਿ ਦਿੰਦੇ ਆ, ਚਾਹੇ ਸਰਕਾਰ ਪੱਖੋਂ ਹੋਵੇ ਜਾਂ ਜਿਹੜੇ ਉਹਨਾਂ ਦੇ ਨੋਨ ਸਮਕਾਲੀ ਕਲਾਕਾਰ ਬਹੁਤ ਸਾਰੇ ਹੁੰਦੇ ਨੇ ਜਿਹੜੇ ਵੈਲਫਿਸ਼ਰ ਹੁੰਦੇ ਨੇ, ਉਹ ਥੋੜ੍ਹਾ ਜਿਹਾ ਲੱਗਦਾ ਕਿ ਪਰਿਵਾਰ ਨੂੰ, ਹਾਲਾਂਕਿ ਜ਼ਰੂਰੀ ਨਹੀਂ ਕਿ ਆ ਕੇ ਕੋਈ ਫੋਨ 'ਤੇ ਕੋਈ ਕਿਵੇਂ ਕਿਸੇ ਨਾ ਕਿਸੇ ਤਰੀਕੇ ਕਿ ਹੌਸਲਾ ਮਿਲ ਜਾਵੇ। ਤੁਸੀਂ ਹੁਣ ਇਕੱਲੇ ਲੜ ਰਹੇ ਹੋ, ਸਾਨੂੰ ਪਿਛਲੇ ਦਿਨਾਂ ਤੋਂ ਇਸ ਤਰ੍ਹਾਂ ਲੱਗ ਰਿਹਾ ਕਿ ਪਿਤਾ ਜੀ ਦੇ, ਹਾਲਾਂਕਿ ਚਲੋ ਠੀਕ ਹੈ ਤੁਸੀਂ ਉਹਨਾਂ ਦੀ ਧੀ ਹੋ, ਤੁਹਾਡਾ ਫਰਜ਼ ਵੀ ਹੈ, ਪਰ ਫਿਰ ਵੀ ਥੋੜ੍ਹਾ ਜਿਹਾ ਹੌਸਲੇ ਦੀ ਲੋੜ ਹੁੰਦੀ ਹੈ ਅਜਿਹੇ ਸਮੇਂ 'ਚ। ਹਾਂ, ਇਨੀਸ਼ੀਅਲੀ ਜਦੋਂ ਮੈਂ ਇੱਥੇ ਆਈ ਸੀ ਮੈਨੂੰ ਹੌਸਲੇ ਦੀ ਬਹੁਤ ਲੋੜ ਸੀ। ਮੈਂ ਉਸੇ ਚੀਜ਼ ਨੂੰ ਲੈ ਕੇ ਥੋੜ੍ਹਾ ਜਿਹਾ ਮੀਡੀਆ ਦੇ ਥਰੂ ਜ਼ੋਰ ਪਾਇਆ ਸੀ ਕਿ ਕੋਈ ਅਪਰੋਚ ਨਹੀਂ ਕਰ ਰਿਹਾ। ਉਹ ਅਪਰੋਚ ਦਾ ਮਤਲਬ ਇਹੀ ਸੀਗਾ ਕਿ ਵੀ ਮੈਨੂੰ ਇੱਕ ਹੌਸਲਾ ਚਾਹੀਦਾ ਸੀਗਾ, ਚਾਹੇ ਉਹ ਮੀਡੀਆ ਹੀ ਹੋਵੇ, ਚਾਹੇ ਉਹ ਨਾਲ ਦਾ ਪੜੋਸੀ ਕਿਉਂ ਨਾ ਹੋਵੇ। ਇੱਕ ਹੌਸਲਾ ਬਹੁਤ ਜ਼ਰੂਰੀ ਹੈ ਇਸ ਖੇਤਰ ਵਿੱਚ। ਕਮ ਸੇ ਕਮ ਤੁਸੀਂ ਆ ਕੇ ਉਹਨੂੰ ਪੁੱਛੋ, ਉਹਨਾਂ ਨੂੰ ਦੱਸੋ, ਤਾਂ ਉਹਦੇ ਨਾਲ ਹੀ ਇਹ ਫੀਲ ਹੁੰਦਾ ਕਿ ਯੂ ਹੈਵ ਪੀਪਲ ਅਰਾਊਂਡ ਯੂ ਹੂ ਆਰ ਹੈਲਪਿੰਗ ਯੂ। ਔਰ ਮੈਨੂੰ ਉਸ ਸ਼ੁਰੂਆਤ ਵਿੱਚ ਬਹੁਤ ਜ਼ਰੂਰਤ ਸੀਗੀ ਹੈਲਪ ਦੀ, ਪਰ ਹੁਣ ਐਂ ਲੱਗਦਾ ਕਿ ਵੀ ਪੂਰਾ ਦੇਸ਼ ਮੇਰੇ ਨਾਲ ਹੈ, ਪਰਿਵਾਰ ਵਾਂਗ ਮੇਰੇ ਨਾਲ ਖੜ੍ਹਾ ਹੈ, ਔਰ ਹਰ ਪਾਸੋਂ ਫੋਨ ਆ ਰਿਹਾ, ਮੈਸੇਜਿਸ ਆ ਰਹੇ ਹੈ। ਮੈਨੂੰ ਹੁਣ ਇਹ ਹੋ ਰਿਹਾ ਕਿ ਵੀ ਮੈਂ ਮਤਲਬ ਭਰਪੂਰ ਹੋ ਗਈ, ਮੈਂ ਭਰ ਗਈ ਕਿ ਇਟ ਇਜ਼ ਸੋ ਨਾਈਸ ਟੂ ਹੈਵ ਵੀ ਹੌਸਲਾ ਬਹੁਤ ਜ਼ਰੂਰੀ ਹੈ। ਕਿਉਂਕਿ ਆਰਥਿਕ ਪੱਖੋਂ ਕਈ ਵਾਰੀ ਕੁਝ ਅਸੀਂ ਦੇਖਿਆ ਬਹੁਤ ਸਾਰੇ ਕਲਾਕਾਰਾਂ ਨੂੰ ਟੁੱਟ ਜਾਂਦੇ ਨੇ, ਚਲੋ ਨਾਮ ਨਹੀਂ ਲੈਂਦੇ ਹੁਣ ਇਸ ਵੇਲੇ, ਤਾਂ ਉਹਨਾਂ ਦੀ ਜਿਹੜੀ ਲਾਸਟ ਟਾਈਮ ਹੈ ਉਹ ਥੋੜ੍ਹਾ ਮੁਸ਼ਕਿਲ ਹੋ ਜਾਂਦਾ। ਅਤੇ ਕੇਦੀਪ ਹੋਰਾਂ ਦੇ ਮਾਮਲੇ ਦੇ ਵਿੱਚ ਨਹੀਂ ਇਸ ਤਰ੍ਹਾਂ ਹੈਗਾ, ਆਰਥਿਕ ਪੱਖੋਂ ਤੁਸੀਂ ਸਹੀ ਹੋ, ਫਾਈਨੈਂਸ਼ੀਅਲ ਪੱਖੋਂ? ਹਾਂਜੀ, ਬਿਲਕੁਲ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ। ਰੱਬ ਦਾ ਦਿੱਤਾ ਹੋਇਆ ਸਭ ਕੁਛ ਹੈਗਾ, ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੈਗੀ। ਅਤੇ ਘਾਟ ਜੇ ਹੋਈ ਸੀ, ਮੈਨੂੰ ਲੱਗਿਆ ਕਿ ਡੈਡੀ ਬੀਇੰਗ ਅ ਲੈਜੈਂਡ ਹੀ ਹੈਜ਼ ਐਂਟਰਟੇਨ ਪੀਪਲ। ਪੰਜਾਬੀਅਤ ਦੀ ਡੈਡੀ ਨੇ ਪੂਰੀ ਖਾਤਰਦਾਰੀ ਕੀਤੀ ਹੈ, ਦਿਲੋਂ ਕੀਤੀ ਹੈ, ਆਪਣੀ ਪੋਕਟ ਵਿੱਚੋਂ ਵੀ ਲਾ ਕੇ ਜੇ ਕਰਨੀ ਪਏ ਉਹ ਵੀ ਕਹਿੰਦੇ ਮੈਂ ਕਰੂੰਗਾ, ਬਿਕੋਜ਼ ਹੀ ਇਨ ਸਿਵਲ ਇੰਜੀਨੀਅਰਿੰਗ ਡੈਡੀ ਨੇ ਕੀਤੀ ਹੈ। ਸਿੰਗਿੰਗ ਡੈਡੀ ਨੇ ਬਾਏ ਇਟ ਵਾਜ਼ ਹਿਜ਼ ਚੋਇਸ। ਸੋ ਉਹ ਡੈਡੀ ਜ਼ਿੰਮੇਦਾਰੀ ਸਮਝ ਕੇ ਡੈਡੀ ਨੇ ਪੰਜਾਬ ਵਿੱਚ ਆਪਣਾ ਪੂਰਾ ਹਿੱਸਾ ਦਿੱਤਾ। ਮੋਮ ਵੀ ਪੂਰਾ ਕਰਦੇ ਸੀ। ਸੋ ਥਰੂ ਦੇਅਰ ਸੌਂਗਸ ਦੇ ਐਂਟਰਟੇਨ ਪੀਪਲ ਐਂਡ ਲੋਟ ਆਫ ਟੀਚਿੰਗ। ਡੈਡੀ ਦੀ ਮੋਮ ਦੇ ਸੌਂਗ ਦੇ ਵਿੱਚੋਂ ਟੀਚਿੰਗ ਵੀ ਬਹੁਤ ਹੋਈ ਹੈ। ਸੋ ਉਸ ਲੈਵਲ ਨੂੰ ਲੈ ਕੇ ਮੈਨੂੰ ਲੱਗਿਆ ਕਿ ਵੀ ਗਵਰਨਮੈਂਟ ਉਨੀ ਇਨੀਸ਼ੀਏਟਿਵ ਲੈ ਨਹੀਂ ਰਹੀ ਜਿੰਨਾ ਉਹਨਾਂ ਨੂੰ ਲੈਣਾ ਚਾਹੀਦਾ। ਬਟ ਨਾਓ ਦੇ ਅਪਰੋਚਿੰਗ ਮੀ ਐਂਡ ਆਮ ਓਵਰ। ਅੱਜ ਵੀ ਅਸੀਂ ਦੇਖਦੇ ਹਾਂ ਜਦੋਂ ਅਸੀਂ ਕਿਸੇ ਮੈਰਿਜਸ ਫੰਕਸ਼ਨ 'ਤੇ ਜਾਂਦੇ ਹਾਂ ਤਾਂ ਡੀਜੇ 'ਤੇ ਜਿਹੜੇ ਉਹ ਜ਼ਰੂਰ ਐਂਡ ਦੇ ਵਿੱਚ, ਚਾਹੇ ਉਹ ਬੜਾ ਕਰਾਰਾ ਪੂਦਨਾ ਜਾਂ ਹੋਰ ਬਹੁਤ ਸਾਰੇ ਸੌਂਗ ਜਾਂ ਬਾਬਾ ਵੇ ਕਲਾ ਮਰੋੜ, ਉਹ ਜ਼ਰੂਰ, ਉਹ ਤੋਂ ਬਿਨਾਂ ਸ਼ਾਇਦ ਵਿਆਹ ਅਧੂਰੇ ਹੁੰਦੇ ਨੇ ਹੁਣ ਵੀ। ਹਾਂ, ਉਹ ਤਾਂ ਹੈ ਹੀ। ਮੈਂ ਵੀ ਦੇਖਦੀ ਹੁੰਦੀ ਹਾਂ ਕਾਫੀ ਫੰਕਸ਼ਨਸ ਦੇ ਉੱਤੇ ਗਾਣਾ ਇੱਕੋ ਦਮ ਪਤਾ ਨਹੀਂ ਮੇਰੇ ਆਏ 'ਤੇ ਹੀ ਲਾ ਦਿੰਦੇ ਆ ਮੋਮ ਡੈਡ ਦਾ ਗਾਣਾ, ਅਤੇ ਉਹ ਜਦੋਂ ਲਾਉਂਦੇ ਇੱਕਦਮ ਮੈਨੂੰ ਫਿਰ ਮਾਣ ਹੁੰਦਾ ਵੀ ਕੇਦੀਪ ਹੋਰਾਂ ਦੇ, ਜਗਮੋਹਨ ਕੌਰ ਹੋਰਾਂ ਦੇ ਘਰੇ ਤੁਸੀਂ ਪੈਦਾ ਹੋਏ। ਬਹੁਤ ਮਾਣ ਹੁੰਦਾ। ਉਹਦੇ ਤਾਂ ਕੋਈ ਮਤਲਬ ਲਫ਼ਜ਼ ਹੈ ਹੀ ਨਹੀਂ। ਮੈਂ ਤੋਲਦੀ ਰਹਿੰਦੀ ਹਾਂ, ਲਫ਼ਜ਼ ਲੱਭਦੀ ਰਹਿੰਦੀ ਹਾਂ, ਪਰ ਉਹਦੀ ਡਿਕਸ਼ਨਰੀ ਵਿੱਚ ਕਿਤੇ ਕੋਈ ਲਫ਼ਜ਼ ਨਹੀਂ ਹੈ। ਇਹ ਜ਼ਾਹਿਰ ਕਰਨਾ ਕਿ ਵੀ ਕਿੰਨਾ ਮਾਣ ਹੁੰਦਾ ਵੀ ਮੈਂ ਇਸ ਕਪਲ ਦੀ ਬੇਟੀ ਹਾਂ। ਜਗਮੋਹਨ ਕੌਰ ਜੀ ਕਾਫੀ ਪਹਿਲਾਂ ਚਲੇ ਗਏ, 97 'ਚ ਸ਼ਾਇਦ ਉਹਨਾਂ ਦਾ ਦੇਹਾਂਤ ਹੋ ਜਾਂਦਾ। ਕਾਫੀ ਜ਼ਿੰਦਗੀ ਕੇਦੀਪ ਹੋਰਾਂ ਨੂੰ ਇਕੱਲੇ ਕੱਟਣੀ ਪੈਂਦੀ ਹੈ, ਅਤੇ ਇਸ ਗੱਲ ਦਾ ਵੀ ਥੋੜ੍ਹਾ ਜਿਹਾ ਨਾ ਤੁਹਾਨੂੰ ਲੱਗਦਾ ਕਿ ਉਹ ਜਲਦੀ ਚਲੇ ਗਿਆ, ਜੋ ਵੀ ਨਾਲ ਹੁੰਦੇ ਤਾਂ ਜ਼ਿਆਦਾ ਵਧੀਆ ਹੁੰਦਾ, ਹੌਸਲੇ ਨਾਲ ਤੁਸੀਂ ਲੜ ਸਕਦੇ ਇਸ ਗੱਲ ਦੇ ਨਾਲ। ਬਿਲਕੁਲ, ਡੈਡ ਨੇ ਬਹੁਤ ਮਿਸ ਕੀਤਾ ਮੋਮ ਨੂੰ, ਕਿਉਂਕਿ ਦੇ ਵਾਜ਼ ਜਿਵੇਂ ਕਹਿ ਲਓ ਨਾ ਇੱਕ ਢਾਂਚਾ ਬਣਾ ਦਿਓ, ਉਹਦਾ ਅੱਧਾ ਉਹਨੂੰ ਅੱਧਾ ਕਰ ਦਿਓ, ਅੱਧਾ ਹਿੱਸਾ ਰਹਿ ਗਿਆ। ਡੈਡ ਵਾਜ਼ ਟੋਟਲੀ ਇਨਕੰਪਲੀਟ ਵਿਦਆਊਟ ਮੋਮ। ਅਤੇ ਮੰਮੀ ਦਾ ਜਲਦੀ ਜਾਣਾ ਬਿਲਕੁਲ ਅਚਾਨਕ, ਇਟ ਵਾਜ਼ ਅ ਬਹੁਤ ਵੱਡਾ ਧੱਕਾ ਸੀਗਾ ਫੈਮਿਲੀ ਨੂੰ। ਆਈ ਐਮ ਸ਼ੋਰ ਕਿ ਪੰਜਾਬ ਨੂੰ ਵੀ ਉਨਾ ਹੀ ਧੱਕਾ ਲੱਗਿਆ ਹੋਣਾ। ਅਤੇ ਡੈਡ ਇਨਕੰਪਲੀਟ ਹੋ ਗਏ ਸੀ। ਡੈਡੀ ਦੇ ਕਾਫੀ ਫੀਚਰਸ ਜਿੰਨੇ ਡੈਡੀ ਨੇ ਤਿਆਰ ਕੀਤੇ ਸੀ ਸਾਰੇ ਇਨਕੰਪਲੀਟ ਰਹਿ ਗਏ, ਮੋਮ ਦੇ ਨਾਲ ਤਿਆਰ ਕੀਤੇ ਹੋਏ ਸੀ। ਸੋ ਹੀ ਰੀਅਲੀ ਮਿਸਿਜ਼ ਹਰ, ਹੀ ਸਟਿਲ ਮਿਸਿਜ਼ ਹਰ। ਯਾਦਾਂ ਸਾਂਝੀ ਕਰਨੇ ਚਾਹੁੰਦੇ ਹੋ ਕੋਈ ਪਿਤਾ ਜੀ ਹੋਰਾਂ ਦੀਆਂ ਪੁਰਾਣੀਆਂ, ਜਦੋਂ ਇਕੱਠੇ ਗਾਉਂਦੇ ਸੀਗੇ, ਜਾਂ ਤੁਹਾਨੂੰ ਕਦੇ ਤੁਸੀਂ ਮੌਕਾ ਮਿਲਿਆ ਕਿ ਉਹ ਸਟੇਜ 'ਤੇ ਗਾ ਰਹੇ ਹੋਣ ਅਤੇ ਤੁਸੀਂ ਉਸੇ ਫੰਕਸ਼ਨ 'ਚ ਹੋਵੋ, ਐਜ਼ ਏ ਦਰਸ਼ਕ ਹੋ, ਤੁਸੀਂ ਦੇਖਿਆ ਹੋਵੇ ਇਸ ਤਰ੍ਹਾਂ ਦਾ ਕੁਝ? ਬਹੁਤ ਵਾਰ ਹੋਇਆ ਹੋਣਾ ਇਸ ਤਰ੍ਹਾਂ? ਵੈਲ,
ਕਾਫੀ ਫੰਕਸ਼ਨਸ ਨੇ ਜਿਹੜੇ ਮੈਂ ਇੱਦਾਂ ਅਟੈਂਡ ਕੀਤੇ ਨੇ, ਪਰ ਇਹਦੇ ਦੀ ਕੋਈ ਖਾਸ ਯਾਦ ਨਹੀਂ ਹੈ। ਪਰ ਇੰਨਾ ਹੈ ਕਿ ਵੀ ਮੈਂ ਜਦੋਂ ਆਉਂਦੀ ਹੁੰਦੀ ਸੀ ਕੈਨੇਡਾ ਤੋਂ ਛੁੱਟੀਆਂ ਦੇ ਵਿੱਚ, ਤੇ ਮਮ ਡੈਡ ਦੇ ਕਨਸਰਟਸ ਹੁੰਦੇ ਸੀ, ਉਹ ਮੈਨੂੰ ਨਾਲ ਲੈ ਕੇ ਜਾਂਦੇ ਸੀ। ਫਿਰ ਉਹਨਾਂ ਨੇ ਖਾਸ ਤੌਰ 'ਤੇ ਸਟੇਜ ਦੇ ਉੱਤੇ ਅਨਾਊਂਸ ਕਰਨਾ ਕਿ ਇਸ ਫੰਕਸ਼ਨ 'ਤੇ ਮੇਰੀ ਬੇਟੀ ਆਈ ਹੋਈ ਹੈ, ਅਤੇ ਕੈਨੇਡਾ ਤੋਂ ਸਾਡੇ ਨਾਲ ਆਏ, ਅਤੇ ਸਾਰਿਆਂ ਨੇ ਫਿਰ ਘੁੰਮ ਕੇ ਦੇਖਣਾ ਕਿ ਵੀ ਉਹਨਾਂ ਦੀ ਬੇਟੀ ਆਈ ਹੈ। ਫਿਰ ਮੈਂ ਮਮ ਨੂੰ ਥੋੜ੍ਹਾ ਜਿਹਾ ਘੂਰਦੀ ਹੁੰਦੀ ਸੀ, ਮੰਮੀ ਤੁਹਾਨੂੰ ਕੀ ਜ਼ਰੂਰ ਹੈ ਮੇਰਾ ਜ਼ਿਕਰ ਕਰਨ ਦੀ। ਮੰਮੀ ਕਹਿੰਦੇ ਕੋਈ ਨਹੀਂ, ਸ਼ੇਰ ਬਣ ਕੇ ਬੈਠਿਆ ਕਰ, ਕੋਈ ਨਹੀਂ, ਲੈਟ ਐਵਰੀਬਡੀ ਸੀ ਐਂਡ ਇੰਜੋਏ ਦ ਵਿਊ। ਜਦੋਂ ਸਟੇਜ ਤੇ ਹੁੰਦੇ ਸੀ ਉਹ ਅਸੀਂ ਉਹਨਾਂ ਦੀਆਂ ਹੁਣ ਵੀ ਵੀਡੀਓਜ਼ ਦੇਖਦੇ ਹਾਂ ਤਾਂ ਹਸਾਉਣ ਵਾਲਾ ਫੈਕਟ ਜਿਹੜਾ ਇੱਕ ਉਹਨਾਂ ਦਾ ਰਹਿੰਦਾ ਸੀਗਾ, ਚਾਹੇ ਉਹ ਮਾਈ ਮੋਹਣੋ ਕਹਿ ਕੇ ਹੋਵੇ, ਚਾਹੇ ਪੋਸਤੀ ਦਾ ਇੱਕ ਕਰੈਕਟਰ ਹੋਵੇ, ਚਾਹੇ ਉਹ ਗਾਣੇ ਦੇ ਨਾਲ ਮਤਲਬ ਇੱਕ ਐਂਟਰਟੇਨਮੈਂਟ ਵੀ ਕਰਦੇ ਸੀ। ਬਿਲਕੁਲ, ਉਹ ਮਾਈ ਗॉड ਤਾਂ ਹੁਣ ਵੀ ਜਿਹੜੀ ਜਿਵੇਂ ਬਿਮਾਰ ਨੇ ਅਤੇ ਕਦੇ ਕਦੇ ਵਿੱਚ ਦੀ ਇੱਦਾਂ ਦੀ ਗੱਲ ਬੋਲ ਜਾਂਦੇ ਕਿ ਸਾਡੇ ਸਾਰਿਆਂ ਦਾ ਹਾਸਾ ਹੌਸਪੀਟਲ 'ਚ ਸਾਰੀਆਂ ਨਰਸਿਸ ਡੈਡੀ ਦੇ ਆਸੇ ਪਾਸੇ ਖੜੀਆਂ ਹੋ ਕੇ, ਸਰ ਇੱਕ ਗਾਣਾ, ਉਹ ਮਾਈ ਗॉड, ਡੈਡੀ ਹੁਣ ਵੀ ਹਸਾ ਦਿੰਦੇ ਆ। ਪਤਾ ਨਹੀਂ ਉਹ ਡੈਡੀ ਦੇ ਅੰਦਰ ਹੀ ਇੱਕ ਲੈਅ ਹੈਗੀ ਇੱਦਾਂ ਦੀ, ਕਿ ਅੰਦਰ ਦੀ ਟੋਨ ਡੈਡੀ ਦੀ ਇੱਦਾਂ ਦੀ ਹੈ ਦੈਟ ਹੀ ਮੇਕਸ ਪੀਪਲ ਲਾਫ ਐਂਡ ਆਪ ਸੀਰੀਅਸ ਰਹਿਣਗੇ ਪਰ ਦੂਜੇ ਦੀ ਮਤਲਬ ਬੱਖੀਆਂ ਟੁੱਟ ਜਾਂਦੀਆਂ। ਸਟਾਈਲ ਆ ਉਹ ਇਸ ਤਰ੍ਹਾਂ, ਉਹਨਾਂ ਦਾ ਸਟਾਈਲ ਹੈ ਜਿਹੜਾ ਨਾ, ਉਹੀ ਹਸਾ ਦਿੰਦਾ ਕਾਫੀ, ਜਿਸ ਤਰੀਕੇ ਨਾਲ ਗੱਲ ਕਰਦੇ ਆ। ਉਹ ਮਾਈ ਮੋਨੋ ਵਾਲੀ ਟੋਨ ਹੁਣ ਵੀ ਹੈ ਡੈਡੀ ਦੇ ਗਲੇ ਵਿੱਚ, ਕਿਸੇ ਨੂੰ ਵੀ ਬੁਲਾਉਣ ਤਾਂ ਉਹ ਮਾਈ ਮੋਨੋ ਵਾਲੀ ਟੋਨ ਆ ਜਾਂਦੀ ਹੈ, ਉਹ ਹਾਸਾ ਹੀ ਆ ਜਾਂਦਾ ਸਾਨੂੰ ਸਾਰਿਆਂ ਨੂੰ। ਚਲੋ ਜਾਂਦੇ ਜਾਂਦੇ ਜਿਹੜੇ ਚਾਹੁਣ ਵਾਲੇ ਨੇ ਕੇਦੀਪ ਹੋਰਾਂ ਜੀ ਦੇ, ਜਗਮੋਹਨ ਕੌਰ ਹੋਰਾਂ ਜੀ ਦੇ, ਅਤੇ ਤੁਹਾਡੀ ਫੈਮਿਲੀ ਦੇ ਨਾਲ ਜੁੜੇ ਹੋਏ ਨੇ ਬਹੁਤ ਸਾਰੇ ਲੋਕ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਵੀ ਇੱਦਾਂ ਹੀ ਜੁੜੇ ਰਹੋ ਨਾਲ, ਇੱਦਾਂ ਹੀ ਕੋਈ ਵੀ ਹੋਵੇ, ਚਾਹੇ ਉਹ ਲੀਡਰ ਹੋਵੇ, ਚਾਹੇ ਉਹ ਸਿੰਗਰ ਹੋਵੇ, ਆਰਟਿਸਟ ਹੋਵੇ, ਸਾਰਿਆਂ ਨੂੰ ਇੱਕ ਸਾਰਿਆਂ ਨੇ ਸੇਵਾ ਕੀਤੀ ਹੈ ਇਸ ਮੁਲਕ ਦੀ, ਆਪਣੇ ਕਲਚਰ ਦੀ, ਆਪਣੇ ਇਹਨੂੰ ਪ੍ਰੀਜ਼ਰਵ ਕਰਕੇ ਰੱਖੋ, ਅਤੇ ਜਿੰਨਾ ਹੋ ਸਕੇ ਉਹਨਾਂ ਨੂੰ ਹੌਸਲਾ ਦੇਵੋ, ਇੱਜ਼ਤ ਕਰੋ, ਅਤੇ ਪ੍ਰੇਅਰ ਕਰੋ ਕਿ ਵੀ ਠੀਕ ਹੋ ਜਾਣ। ਬਹੁਤ ਧੰਨਵਾਦ ਬਿੱਲੀ ਜੀ ਗੱਲਬਾਤ ਕਰਨ ਦੇ ਲਈ। ਸੋ ਅਸੀਂ ਵੀ, ਸਾਡੀਆਂ ਵੀ ਜਿਹੜੀਆਂ ਦੁਆਵਾਂ ਨੇ ਉਹ ਹਮੇਸ਼ਾ ਇਹੀ ਨੇ ਕਿ ਕੇਦੀਪ ਜੀ ਹੋਰੀ ਸਿਹਤਯਾਬ ਜਲਦੀ ਹੋਣ, ਜਲਦੀ ਉਹ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਣ, ਅਤੇ ਫਿਰ ਤੋਂ ਜਿਹੜਾ ਉਹਨਾਂ ਦਾ ਪਰਿਵਾਰ ਹੈ ਉਹ ਉਸੇ ਤਰ੍ਹਾਂ ਜੋ ਉਹਨਾਂ ਦੀ ਮੈਮਰੀਜ਼ ਜਾਰੀ ਆ ਉਹ ਵਾਪਸ ਆ ਜਾਵੇ ਯਾਦਦਾਸ਼ਤ, ਅਤੇ ਉਸੇ ਤਰ੍ਹਾਂ ਲੋਕਾਂ ਨੂੰ ਵੀ ਐਂਟਰਟੇਨ ਕਰਨ, ਆਪਣੀ ਵੀ ਜ਼ਿੰਦਗੀ ਜੀ ਸਕਣ। ਫਿਲਹਾਲ ਕੈਮਰਾਮੈਨ ਦਰਸ਼ੀ ਦੇ ਨਾਲ ਰਣਬੀਰ ਸਿੰਘ ਰਾਣਾ।